ਮੇਰੇ ਤੇ FIR ਦੇ ਕੇ ਵੀ ਮੇਰੀ ਬੀਵੀ ਨੂੰ ਛੱਡਣ ਦਾ 6 ਲੱਖ ਰੁਪਈਆ ਲਿੱਤਾ ਹੈ। ਫਰਿਆਦ ਭੱਟੀ ਕਹਿੰਦਾ ਸੀ ਬੀਬੀ 10 ਲੱਖ ਮੰਗਵਾ ਲੈ। ਮੈਂ ਕਿਹਾ ਨਹੀਂ ਭਾਈ ਇੰਨੇ ਨਹੀਂ ਅਸੀਂ ਦੇ ਸਕਦੇ, 5 ਲੱਖ ਚਲੋ ਭੈਣਾਂ ਭਰਾਵਾਂ ਕੋ ਫੜ ਫੜਾ ਕੇ ਤੁਹਾਨੂੰ ਦੇਣੇ ਆ। 15 ਲੱਖ ਰੁਪਇਆ ਮੰਗ ਰਹੇ ਸਨ। ਕੌਣ ਮੰਗਦਾ ਪਿਆ ਸੀ? ਸਰ ਜੀ ਇਹ ਫਰਿਆਦ ਭੱਟੀ ਤੇ ਸੁਨੀਲ। ਵੀ ਦੇ ਦਿੱਤੇ ਤੇ ਬੰਦਾ ਜੇਲ੍ਹ ਵੀ ਚਲਾ ਗਿਆ। ਤਾਂ ਮੈਨੂੰ ਛੱਡਣ ਦੇ ਉਹਨਾਂ ਨੇ ਇਹਨੇ 6 ਲੱਖ ਰੁਪਈਆ ਲਿੱਤਾ ਹੈ। 6 ਲੱਖ ਰੁਪਏ ਤੁਹਾਨੂੰ ਛੱਡਣ ਦਾ ਦਿੱਤਾ ਸੀ? ਮੈਨੂੰ ਛੱਡਣ ਦਾ ਲਿੱਤਾ, ਉਹਦੇ ਤੇ ਪਰਚਾ ਦੇ ਕੇ ਜੇਲ੍ਹ ਭੇਜ। ਪਰ ਮੈਂ ਸਿਰਫ ਫਰਿਆਦ ਭੱਟੀ ਨੂੰ ਤੇ ਸੁਨੀਲ ਨੂੰ ਜਾਣਨਾ ਸਾਂ। ਇਹ ਸੁਨੀਲ ਵੀ ਨਾਲ ਹੈਗਾ ਸੀ? ਜੀ ਸਰ। ਸਰ ਜਾਂ ਤਾਂ ਇਹਨਾਂ ਦੀਆਂ ਵਰਦੀਆਂ ਲਾਉਣ ਤੇ ਜਾਂ ਸਾਨੂੰ ਪੈਸੇ ਵਾਪਸ ਲੈ ਕੇ ਦੇਣ ਜਿਨ੍ਹਾਂ ਕੋਲ ਅਸੀਂ ਕਰਜ਼ੇ ਚੁੱਕ ਕੇ ਦਿੱਤੇ। ਤੇ ਖੁਦ ਵੀ 3 FIR ਨੇ ਇਹਦੇ ਮੇਰੇ ਕੋਲ ਵਾਰੰਟ ਵੀ ਹੈ ਨੇ ਜਿਹੜੇ 11 ਤਰੀਕ ਨੂੰ ਅਦਾਲਤ ਨੇ ਜਾਰੀ ਕੀਤੇ ਨੇ। ਇਹਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਵੱਡੇ ਨਜਾਇਜ਼ ਫਰੋਸ਼ ਨੇ, ਮਨਸ਼ਿਆਤ ਬਹੁਤ ਜ਼ਿਆਦਾ ਵੇਚਦੇ ਪਏ ਨੇ। ਅਸੀਂ ਘਰ ਸਾਂ, ਬੀਵੀ ਬੱਚੇ ਸੁੱਤੇ ਸਾਂ, ਰਾਤ 2 ਵਜੇ ਦਾ ਟਾਈਮ ਸੀ ਤੇ ਇਹਨਾਂ ਨੇ ਲਾਈਟਾਂ ਮਾਰੀਆਂ। ਮੈਂ ਇੱਕਦਮ ਸੇ ਪੁੱਛਿਆ ਕੌਣ ਹੋ? ਫਿਰ ਫੜ ਕੇ ਕਿੱਥੇ ਲੈ ਕੇ ਗਏ ਸੀ? ਸਰ ਜੀ ਇਹ ਮੈਨੂੰ ਲੈ ਕੇ ਗਏ ਹਨ ਗੁਜਰਪੁਰਾ ਥਾਣਾ। ਭਾਈ ਆਪਕਾ ਕੀ ਨਾਮ ਹੈ? ਮੋਹਸਨ ਜਵੇਦ। ਅੱਛਾ ਮੋਹਸਨ ਸਾਹਿਬ, ਤੁਹਾਨੂੰ ਕਿੰਨੇ ਗ੍ਰਿਫਤਾਰ ਕੀਤਾ ਸੀ ਤੇ ਕਿਵੇਂ ਗ੍ਰਿਫਤਾਰ ਹੋਏ ਸੀ ਤੁਸੀਂ? ਸਰ ਫਰਿਆਦ ਭੱਟੀ ਨੇ ਚੁੰਗੀ ਦੇ ਉੱਤੇ ਮਕਾਨ ਲਿੱਤਾ ਹੋਇਆ ਸੀ, ਉੱਥੇ ਰੇਡ ਕੀਤੀ ਹੈ। ਕਿਹੜੇ ਥਾਣੇ ਦੀ ਹਦੂਦ ਵਿੱਚ ਰੇਡ ਕੀਤੀ ਸੀ? ਸਰ ਨੇ ਚੁੰਗੀ ਜੋੜੇ ਪੁਲਾਂ ਤੋਂ ਅੱਗੇ ਆਂਦਾ ਦਗਰਿਆਈ ਚੁੰਗੀ, ਉੱਥੇ ਸਰ ਜੀ ਉਹਨੂੰ ਥਾਣਾ ਹਰਬੰਸਪੁਰੇ ਦੀ ਹਦੂਦ ਆਂਦੀ ਹੈ? ਸਰ ਗੁਲਜਸਟੋਨ ਚੌਂਕੀ ਲੱਗਦੀ ਹੈ ਇਹਨੂੰ। ਅੱਛਾ ਸ਼ਮਾਲੀ ਛੋਣੇ ਦੀ ਥਾਣੇ ਦੀ ਹਦੂਦ ਆਂਦੀ? ਹਾਂਜੀ ਸ਼ਮਾਲੀ ਛੋਣੇ ਦੀ ਚੌਂਕੀ ਹੈਗੀ ਹੈ, ਉਹ ਲੱਗਦੀ ਹੈ ਇਹਨੂੰ। ਉੱਥੋਂ ਤੁਹਾਨੂੰ ਘਰੋਂ ਗ੍ਰਿਫਤਾਰ ਕੀਤਾ ਸੀ? ਜੀ ਸਰ ਅਸੀਂ ਘਰ ਸਾਂ, ਬੀਵੀ ਬੱਚੇ ਸੁੱਤੇ ਸਾਂ, ਰਾਤ 2 ਵਜੇ ਦਾ ਟਾਈਮ ਸੀ ਤੇ ਇਹਨਾਂ ਨੇ ਲਾਈਟਾਂ ਮਾਰੀਆਂ। ਮੈਂ ਇੱਕਦਮ ਸੇ ਪੁੱਛਿਆ ਕੌਣ ਹੋ? ਕੁਛ ਵਰਦੀ 'ਚ ਸਨ 2 ਮੁਲਾਜ਼ਮ ਤੇ 4-5 ਜਿਹੜੇ ਨੇ ਨਾ ਸਿਵਲ 'ਚ ਸਨ। ਅੱਛਾ ਕੌਣ ਹੈਗੇ ਸੀ? ਤੁਸੀਂ ਪਹਿਚਾਣਦੇ ਸੀ ਉਹ ਮੁਲਾਜ਼ਮੇ ਨੂੰ? ਸਰ ਮੈਂ ਸਿਰਫ ਫਰਿਆਦ ਭੱਟੀ ਨੂੰ ਤੇ ਸੁਨੀਲ ਨੂੰ ਜਾਣਨਾ ਸਾਂ। ਇਹ ਸੁਨੀਲ ਵੀ ਨਾਲ ਹੈਗਾ ਸੀ? ਜੀ ਸਰ ਇਹ ਇਸ ਨਗਰੀ ਦੇ ਵਿੱਚ ਨਾ ਅਸਲ ਮੈਟਰ ਜਿਹੜਾ ਨਾ ਸੁਨੀਲ ਦਾ, ਇਹਦੇ ਕੋ ਮੈਂ ਅੱਗੇ ਵੀ ਦਿਖਾਇਆ ਕਿ ਇਹਦੀ ਨਾ FIR ਹਰ ਇੱਕ ਚੀਜ਼ ਦਾ ਭਰਾ ਜਿਹੜਾ ਨਾ, ਇੱਕ ਹੈਗਾ ਦਿਸ਼ਾਨ ਕਮਰ, ਇੱਕ ਹੈਗਾ ਇਹ ਕਾਸ਼ ਕੰਬਰ। ਸਰ ਜੀ ਮੂਨ ਤੇ ਹੈਗੀਆਂ ਇਹ 25 FIR, 15 FIR ਤੇ ਕਾਸ਼ ਕੰਬਰ ਤੇ ਹੈਗੀਆਂ ਇਹ 13 ਤੇ ਸੁਨੀਲ ਤੇ ਖੁਦ ਵੀ 3 FIR ਨੇ। ਇਹਦੇ ਮੇਰੇ ਕੋਲ ਵਾਰੰਟ ਵੀ ਹੈ ਨੇ ਜਿਹੜੇ 11 ਤਰੀਕ ਨੂੰ ਅਦਾਲਤ ਨੇ ਜਾਰੀ ਕੀਤੇ ਨੇ। ਅੱਛਾ ਜੀ ਫਿਰ ਤੁਹਾਡੇ ਘਰ ਆ ਕੇ ਤੁਹਾਨੂੰ ਕਿਉਂ ਗ੍ਰਿਫਤਾਰ ਕਰਨ ਆਏ ਸੀ? ਸਰ ਇਹਨਾਂ ਨੇ, ਮੈਨੂੰ ਨਹੀਂ ਇਸ ਚੀਜ਼ ਦਾ ਪਤਾ, ਇਹਨਾਂ ਨੇ ਆਂਦੇ ਬਹੁਤ ਜ਼ਿਆਦਾ ਤਲਾਸ਼ੀ ਲਿੱਤੀ ਹੈ। 2.5 ਘੰਟੇ ਨਾਲ ਤਲਾਸ਼ੀ ਲੈਂਦੇ ਰਹੇ ਨੇ। ਉਹਦੇ ਬਾਅਦੋਂ ਲੇਡੀਜ਼ ਕਾਂਸਟੇਬਲ ਵੀ ਨਹੀਂ ਸੀ ਇਹਨਾਂ ਦੇ ਨਾਲ। ਮੇਰੇ ਵਾਰੰਟ ਜਾਰੀ ਹੋਏ ਸਨ ਗ੍ਰਿਫਤਾਰੀ ਦੇ? ਨਹੀਂ ਸਰ ਮੇਰਾ ਕੋਈ ਮਸਲਾ ਹੀ ਨਹੀਂ ਹੈ ਵਾਰੰਟ ਗ੍ਰਿਫਤਾਰੀ ਵਾਲਾ। ਇਸ ਤੋਂ ਪਹਿਲੇ ਕੋਈ ਤੁਹਾਡੇ ਤੇ ਕੋਈ ਮੁਕੱਦਮੇ ਹੋਣ, ਕੋਈ ਮਨਸ਼ਿਆਤ ਫਰੋਸ਼ੀ ਦੇ? ਜੀ ਸਰ ਮੇਰੇ ਤੇ 2 ਮੁਕੱਦਮੇ ਸਨ, ਇੱਕ 9B ਦਾ ਸੀ। ਉਹਦੇ ਬਾਅਦ ਉਹਨਾਂ ਮੈਨੂੰ ਫੜਿਆ ਸੀ ਜਨੂਬੀ ਛੋਣੀ ਨੇ। ਉਹਨਾਂ ਨੇ ਸਰ ਫੜਿਆ ਸੀ ਤੇ ਪੈਸੇ ਦੀ ਡਿਮਾਂਡ ਕੀਤੀ। ਉਹ ਟਾਈਮ ਓਵਰ ਹੋ ਗਿਆ 8:30 ਵਜੇ ਤੋਂ ਬਾਅਦ ਸਵੇਰ ਤੇ ਸਰ ਜੀ ਮੈਂ ਉਹਨਾਂ ਤੇ ਬੈਲਫ ਕਰਵਾਈ ਸੀ, ਬੈਲਫ ਕਾਮਯਾਬ ਹੋਈ ਹੈ। 9C ਦਾ ਮੁਕੱਦਮਾ ਉਹਨਾਂ ਨੇ ਬੈਲਫ ਤੋਂ ਬਾਅਦ ਦਿੱਤਾ ਸੀ ਤੇ ਮੈਨੂੰ ਜੱਜ ਸਾਹਿਬ ਨੇ ਨਾ ਜੀ ਸਰ ਮੇਰੀਆਂ ਉੱਥੇ ਹੀ ਹੱਥ ਘੜੀਆਂ ਖੋਲ ਦਿੱਤੀਆਂ ਸਨ। ਅੱਛਾ ਇਹ ਬਾਰ-ਬਾਰ ਹਰ ਜਗ੍ਹਾ ਤੇ ਸੁਨੀਲ ਕਮਰ ਦਾ ਜ਼ਿਕਰ ਆਂਦਾ ਹੈ। ਇਹ ਸੁਨੀਲ ਕਮਰ ਦੀ ਕੋਈ ਤੁਹਾਡੇ ਨਾਲ ਕੋਈ ਜ਼ਾਤੀ ਕੋਈ ਦੁਸ਼ਮਣੀ ਹੈ? ਸਰ ਦੁਸ਼ਮਣੀ ਨਹੀਂ ਹੈ, ਜ਼ਰਾ ਸਾਲ ਨਾਲ ਇਲਾਕੇ ਦੇ ਵਿੱਚ ਚਾਮੀਰਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਵੱਡੇ ਨਜਾਇਜ਼ ਫਰੋਸ਼ ਨੇ, ਮਨਸ਼ਿਆਤ ਬਹੁਤ ਜ਼ਿਆਦਾ ਵੇਚਦੇ ਪਏ ਨੇ। ਜਿਹੜੇ ਮੁਹੱਲੇ ਦੇ ਬੱਚੇ ਨੇ ਛੋਟੇ ਸਕੂਲਾਂ 'ਚ ਜਾਂਦੇ, ਉਹ ਵੀ ਇਹਨਾਂ ਤੋਂ ਬਹੁਤ ਜ਼ਿਆਦਾ ਨਾ ਪਰੇਸ਼ਾਨ ਨੇ। ਇਹਨਾਂ ਨੇ ਮਨਸ਼ਿਆਤ ਫਰੋਸ਼ ਹੈਗੇ ਨੇ ਐਡੇ ਵੱਡੇ ਜਿਹੜੇ? ਸਰ ਮੂਨ ਤੇ ਇਹਦਾ ਭਰਾ ਕਾਸ਼ ਕੰਬਰ ਹੈ। ਇਹਨਾਂ ਨੇ ਸੁਨੀਲ ਇਹਨਾਂ ਦੀ ਸਰਪ੍ਰਸਤੀ ਕਰਦਾ? ਜੀ ਸਰ ਇਹਨਾਂ ਦੀ ਸਰਪ੍ਰਸਤੀ ਕਰਦਾ ਤੇ ਨਾਲ ਜਿਹੜਾ ਵੀ ਕੋਈ ਅੱਛਾ ਮਸਲਨ ਜਿਹੜਾ ਵੀ ਕੋਈ ਇਹਨੂੰ ਅੱਛਾ ਅਫਸਰ ਲੱਗਦਾ ਜਨਾਬ ਉਹਨੂੰ ਕੰਮ ਦਿੰਦਾ ਤੇ ਆਪਣਾ ਮਨਸ਼ਿਆਤ ਹੈ ਖੁੱਲੀ ਵਿਖਾ ਰਿਹਾ ਵੇ। ਤੁਹਾਨੂੰ ਫਿਰ ਫੜ ਕੇ ਕਿੱਥੇ ਲੈ ਕੇ ਗਏ ਸੀ? ਸਰ ਜੀ ਇਹ ਮੈਨੂੰ ਲੈ ਕੇ ਗਏ ਹਨ ਗੁਜਰਪੁਰਾ ਥਾਣਾ। ਜੀ ਨਾ ਕੋਈ ਇਹਨਾਂ ਨਾਲ ਲੇਡੀਜ਼ ਕਾਂਸਟੇਬਲ ਸੀ। ਸਰ ਮੇਰੀ ਬੀਵੀ ਸਰਕਾਰੀ ਮੁਲਾਜ਼ਮ ਹੈ, 18 ਸਾਲ ਸਰਵਿਸ ਹੈ ਤੇ ਲਿਹਾਜ਼ਾ ਜਨਾਬ ਮੈਨੂੰ ਇਹਨਾਂ ਕੋਲ ਬਹੁਤ ਜ਼ਿਆਦਾ ਖਤਰਾ ਹੈ। ਸਮਝ ਲਵੋ ਕਿ ਇਹਨਾਂ ਨੇ ਬਦਮਾਸ਼ ਨਹੀਂ ਇੰਜ ਕਰਦੇ, ਚੋਰ ਨਹੀਂ ਇੰਜ ਕਰਦੇ ਜਿਸ ਤਰ੍ਹਾਂ ਜਨੂਬੀ ਛੋਣੀ ਦੇ ਇਲਾਕੇ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਲੈ ਕੇ ਤੁਹਾਨੂੰ ਇਹ ਗਏ ਨਾ ਗੁਜਰਪੁਰੇ ਥਾਣੇ। ਇਹਨਾਂ ਨੂੰ ਤਾਂ ਚਾਹੀਦਾ ਸੀ ਕਿ ਸ਼ਮਾਲੀ ਛੋਣੀ ਲੈ ਕੇ ਜਾਂਦੇ, ਗੁਜਰਪੁਰੇ ਕਿਉਂ ਲੈ ਕੇ ਗਏ ਸੀ? ਸਰ ਇਹਨਾਂ ਨੇ ਪੈਸੇ ਦਾ ਮੁਤਾਲਬਾ ਰੱਖਿਆ, 15 ਲੱਖ ਰੁਪਇਆ ਮੰਗ ਰਹੇ ਸਨ। ਕੌਣ ਮੰਗਦਾ ਪਿਆ ਸੀ? ਸਰ ਜੀ ਇਹ ਫਰਿਆਦ ਭੱਟੀ ਤੇ ਸੁਨੀਲ। ਇਹਨਾਂ ਨੇ ਸਰ ਜੀ ਮੇਰੇ ਤੇ FIR ਦੇ ਕੇ ਵੀ ਮੇਰੀ ਬੀਵੀ ਨੂੰ ਛੱਡਣ ਦਾ 6 ਲੱਖ ਰੁਪਇਆ ਲਿੱਤਾ ਹੈ। ਕਿੰਨੇ ਲਿਆ ਸੀ ਤੁਹਾਡੇ ਕੋਲ ਪੈਸੇ? ਉਹ ਸਰ ਜੀ ਪੈਸੇ ਇਹਨਾਂ ਨਾਲ ਹੀ ਗੱਲਬਾਤ ਹੋਈ ਸੀ ਤੇ ਲੈਣ ਆਇਆ ਸੀ ਫਿਲਫਸ ਸੀ ਭਾਈ, ਫਿਲਫਸ ਭਾਈ ਸਨ।
ਇਹਨਾਂ ਨੇ ਵੀ ਕੈਸ਼ ਤੁਹਾਡੇ ਕੋਲ ਪੈਸੇ ਲਏ ਸੀ? ਜੀ ਸਰ, ਲਿੱਤੇ ਕੈਸ਼ ਹੀ ਨੇ ਤੇ ਉਸੇ ਡੇਟ ਦੇ ਵਿੱਚ ਹੀ ਨਾ 2:30 ਤੋਂ 3 ਵਜੇ ਦੇ ਨਾਲ ਨਾ ਮੇਰੀ ਬੀਵੀ ਦੇ ਅਕਾਊਂਟ ਦੇ ਵਿੱਚੋਂ ਨਾ ਪੈਸੇ ਨਿਕਲੇ ਨੇ ਜਨਾਬ 5 ਲੱਖ ਰੁਪਈਆ। 5 ਲੱਖ ਰੁਪਏ ਲੈ ਕੇ ਤੁਸੀਂ ਇਹਨਾਂ ਨੂੰ ਦਿੱਤਾ ਹੈ? ਜੀ ਸਰ, ਇਹਨਾਂ ਨੂੰ ਦਿੱਤਾ। ਅੱਛਾ ਬਾਜੀ, ਤੁਸੀਂ ਜਦੋਂ ਤੁਹਾਡੇ ਖਾਵੰਦ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਸੀ, ਤੁਹਾਡੇ ਨਾਲ ਕਿੰਨੇ ਡੀਲ ਕੀਤੀ ਸੀ? ਕਿਉਂਕਿ ਇਹਨੂੰ ਤੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ। ਮੇਰੇ ਨਾਲ ਮੇਰੇ ਭਾਈ ਤੇ ਇਹ ਸਕਿਲਪਸ ਨੇ ਅੱਛਾ। ਤੇ ਫਰਿਆਦ ਭੱਟੀ ਕਹਿੰਦਾ ਸੀ ਬੀਬੀ 10 ਲੱਖ ਮੰਗਵਾ ਲੈ। ਮੈਂ ਕਿਹਾ ਨਹੀਂ ਭਾਈ ਇਹਨੇ ਨਹੀਂ ਅਸੀਂ ਦੇ ਸਕਦੇ, 5 ਲੱਖ ਚਲੋ ਭੈਣਾਂ ਭਰਾਵਾਂ ਕੋ ਫੜ ਫੜਾ ਕੇ ਤੁਹਾਨੂੰ ਦੇਣੇ ਆ। ਇਹਨੇ ਕਿਹਾ ਨਹੀਂ 6 ਤੱਕ ਡਨ ਹੋਏਗੀ। ਮੈਂ ਫਿਰ ਕਿਹਾ ਨਹੀਂ ਤੇ ਤੇਰੇ ਬੰਦੇ ਤੇ ਵੱਡਾ ਪਰਚਾ ਕਰਾਂਗੇ, ਤੇਰੇ ਤੇ ਵੀ ਕਰਾਂਗੇ। ਫਰਿਆਦ ਭੱਟੀ ਕਹਿੰਦਾ ਸੀ? ਫਰਿਆਦ ਭੱਟੀ ਕਹਿੰਦਾ ਸੀ। ਫਿਰ ਉਸ ਨੇ ਲਾਇਆ, ਉਹਨੇ ਕਿਹਾ 5 ਬੀਬੀ 5 ਕਹਿ ਰਹੀ ਹੈ। ਕਹਿੰਦਾ ਨਹੀਂ 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 6 ਲੱਖ ਤੇ ਮੰਨਦੀ ਹੈ, ਨਹੀਂ ਤਾਂ ਠੀਕ ਹੈ, ਨਹੀਂ ਤਾਂ ਤੂੰ ਕਹਿੰਦਾ ਦਾ ਪਰਚਾ ਕਰੋ। ਤੁਸੀਂ ਇਹ ਹਲਫਨ ਕਹਿੰਦੇ ਹੋ ਕਿ ਅਸੀਂ 6 ਲੱਖ ਰੁਪਏ ਦਿੱਤਾ ਸੀ? 6 ਲੱਖ ਰੁਪਈਆ ਸਰਮਾ ਆਪਣੇ ਹੱਥਾਂ ਨਾਲ ਦਿੱਤਾ। ਕਿਹਨੂੰ ਦਿੱਤੇ ਸੀ? ਇਹਨੂੰ ਕਿਲਪਸ ਨੂੰ। ਇਹ ਕਿਲਪਸ ਜਾਂ ਫਿਲਪਸ ਹੈ ਕੌਣ ਹੈਗਾ? ਉਹੀ ਸੀਸੀਪੀ ਵਾਲਾ ਬੰਦਾ ਹੈਗਾ। ਅੱਛਾ, ਮੁਲਾਜ਼ਮ ਹੈਗਾ ਸਰਕਾਰੀ? ਉਹ ਵੀ ਸਰਕਾਰੀ ਮੁਲਾਜ਼ਮ ਹੈਗਾ। ਅੱਛਾ, ਉਹ ਇਹਨਾਂ ਦਾ ਕਾਰੇ ਖਾਸ ਹੈਗਾ ਜੀ? ਹਾਂਜੀ ਹਾਂਜੀ। ਅੱਛਾ, ਫਿਰ ਉਸ ਤੋਂ ਬਾਅਦ ਤੁਹਾਡੀ ਰਿਹਾਈ ਕਿਵੇਂ ਹੋਈ ਸੀ ਤੁਹਾਡੇ ਖਾਵੰਦ ਦੀ? ਰਿਹਾਈ ਉਹ ਜੇਲ੍ਹ ਚਲਾ ਗਿਆ ਸੀ, ਫਿਰ ਉਥੋਂ ਜ਼ਮਾਨਤ ਹੋਈ ਸੀ। ਪੈਸੇ ਵੀ ਦੇ ਦਿੱਤੇ ਤੇ ਬੰਦਾ ਜੇਲ੍ਹ ਵੀ ਚਲਾ ਗਿਆ? ਤਾਂ ਮੈਨੂੰ ਛੱਡਣ ਦੇ ਉਹਨਾਂ ਨੇ 6 ਲੱਖ ਰੁਪਈਆ ਲਿੱਤਾ। 6 ਲੱਖ ਰੁਪਏ ਤੁਹਾਨੂੰ ਛੱਡਣ ਦਾ ਦਿੱਤਾ ਸੀ? ਮੈਨੂੰ ਛੱਡਣ ਦਾ ਲਿੱਤਾ, ਉਹਦੇ ਤੇ ਪਰਚਾ ਦੇ ਕੇ ਜੇਲ੍ਹ ਭੇਜ ਦਿੱਤਾ। ਤੁਸੀਂ ਹੁਣ ਡੀਆਈਜੀ ਫੈਸਲ ਕਾਮਰਾਨ ਸਾਹਿਬ ਦੀ ਖੁੱਲੀ ਕਚਹਿਰੀ ਦੇ ਵਿੱਚ ਵੀ ਗਏ ਹੋ, ਉੱਥੇ ਜਾ ਕੇ ਤੁਸੀਂ ਇਹਨਾਂ ਦੇ ਖਿਲਾਫ ਦਰਖਾਸਤ ਵੀ ਦਿੱਤੀ ਹੈ। ਉਹਨਾਂ ਨੇ ਇਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਹੁਣ ਤੱਕ? ਉਹਨਾਂ ਨੇ ਕਿਹਾ ਫਰਿਆਦ ਭੱਟੀ ਨੂੰ ਹਾਜ਼ਰ ਕੀਤਾ ਜਾਵੇ, ਇਹਨੂੰ ਫੜ ਕੇ ਲਿਆਓ ਮੇਰੇ ਕੋਲ। ਕਹਿੰਦਾ ਬੀਬੀ ਤੇਰੇ ਬੰਦੇ ਤੇ ਛੋਟੇ ਮੋਟੇ ਪਰਚੇ ਹੀਗੇ ਸੀ। ਮੈਂ ਕਿਹਾ ਹਾਂਜੀ ਸਰ ਹੋਣਗੇ, ਪੀਂਦਾ ਖਾਂਦਾ ਜ਼ਰੂਰ ਹੈ, ਕਰਦਾ ਕੀ ਹੈ? ਮੈਂ ਕਿਹਾ ਰਿਕਸ਼ਾ ਚਲਾਉਂਦਾ, ਮੈਂ ਸਰਕਾਰੀ ਮੁਲਾਜ਼ਮ ਆ। ਉਹਨਾਂ ਨੇ ਕਿਹਾ ਠੀਕ ਹੋ ਗਿਆ। ਉਹਨੇ ਕਿਹਾ ਫਰਿਆਦ ਭੱਟੀ ਨੂੰ ਫੜ ਕੇ ਲਿਆਓ। ਬਸ ਇੰਨੀ ਗੱਲ ਉਹਨੇ ਕਿਹਾ ਬੀਬੀ ਪੈਸੇ 6 ਲੱਖ ਰੁਪਈਆ ਦਿੱਤਾ। ਮੈਂ ਕਿਹਾ ਹਾਂਜੀ। ਕਹਿੰਦਾ ਬਸ ਠੀਕ ਹੋ ਗਿਆ, ਜਾਓ ਹੁਣ। ਤੁਸੀਂ ਮੈਨੂੰ ਇਹ ਵੀ ਦੱਸਿਆ ਕਿ ਸਾਨੂੰ ਫਰਿਆਦ ਭੱਟੀ ਧਮਕੀਆਂ ਵੀ ਦਿੰਦਾ ਹੈ। ਇਹ ਕਿਸ ਕਿਸਮ ਦੀਆਂ ਧਮਕੀਆਂ ਦਿੰਦਾ? ਜੀ ਕਹਿੰਦਾ ਤੁਸੀਂ ਮੇਰੇ ਤੇ ਕਾਰਵਾਈ ਕਰਦੇ ਪਏ ਹੋ ਨਾ, ਤੇ ਇਹ ਤੁਹਾਡੇ ਬੱਚਿਆਂ ਨੂੰ ਹੁਣ ਫੜ ਫੜ ਕੇ ਨਾ ਤੁਹਾਡੇ ਬੇਟਿਆਂ ਨੂੰ ਅਸੀਂ ਉਹਨਾਂ ਤੇ ਪਰਚੇ ਦੇਣੇ ਨੇ। ਫਰਿਆਦ ਭੱਟੀ ਅਜੇ ਵੀ ਨਹੀਂ ਪਿੱਛੇ ਟਲਦਾ ਪਿਆ? ਹਾਂਜੀ। ਤੇ ਤੁਹਾਨੂੰ ਡੀਆਈਜੀ ਫੈਸਲ ਕਾਮਰਾਨ ਸਾਹਿਬ ਵੀ ਸੁਣਦੇ ਪਏ ਨੇ, ਆਈਜੀ ਪੰਜਾਬ ਸਾਹਿਬ ਵੀ ਸੁਣਦੇ ਪਏ ਨੇ, ਮਰੀਮ ਨਵਾਜ਼ ਸਾਹਿਬਾ ਵੀ ਸੁਣਦੇ ਪਏ, ਕੀ ਮੁਤਾਲਬਾ ਕਰੋਗੇ? ਸਰ ਜਾਂ ਤਾਂ ਇਹਨਾਂ ਦੀਆਂ ਵਰਦੀਆਂ ਲਾਉਣ ਤੇ ਜਾਂ ਸਾਨੂੰ ਪੈਸੇ ਵਾਪਸ ਲੈ ਕੇ ਦੇਣ। ਜਿਨ੍ਹਾਂ ਕੋਲ ਅਸੀਂ ਕਰਜ਼ੇ ਚੁੱਕ ਕੇ ਦਿੱਤੇ ਨੇ ਨਾ, ਅਸੀਂ ਉਹਨਾਂ ਨੂੰ ਪੈਸੇ ਦੇਣੇ ਨੇ। ਹਾਂਜੀ। ਤੁਸੀਂ ਕੀ ਕਹੋਗੇ? ਸਰ ਸਾਡਾ ਮਕਾਨ ਗਿਰਵੀ ਪਿਆ ਹੈ, ਠੀਕ ਹੈ, ਉਹ ਛਡਵਾਉਣਾ ਸੀ, ਬੈਂਕ 'ਚ ਪੈਸੇ ਰੱਖੇ ਸਨ ਤੇ ਸਰ ਜੀ ਇਹਨਾਂ ਨੇ ਬਹੁਤ ਜ਼ਿਆਦਾ ਜਿਆਦਤੀ ਕੀਤੀ ਹੈ ਤੇ ਮੇਰੀ बीवी ਨੂੰ ਨਾ बैंकों पैसे लिया के देने पे ने। नाज़रीन, ये कहानी आपने सुनी दोनों भाइयों की और दोनों ख़वातीन की जिनके घर में घुसे, इनके शोहर को गिरफ़्तार किया। ये शख्स अपने बीवी बच्चों के साथ रावलपिंडी से अपने घर वापस आ रहा था कि इन्होंने किसी ख़ास मुखबर के कहने पर रिक्शा रोका और इनको गिरफ़्तार किया। गुज्जरपुरा थाने ले जाकर इनके साथ दोनों भाइयों के साथ ये डीलिंग करते हैं। 10 लाख रुपया फरियाद भट्टी और सुनील कमर जो कांस्टेबल है, जिसके मुतद्दद इस तरह के केसेस जो है वो सामने आ चुके हैं, लेकिन वो शायद इतना बाअसर है कि बड़े अफसरान भी उसके सामने छोटे महसूस खुद को करते हैं। अगर इन पुलिस एहलकारों के ख़िलाफ़ अगर हमारे पुलिस के बड़े अफसरान हरकत में ना आए, उन्होंने कोई बड़ा एक्शन ना लिया, तो ये ना जाने कितने और ख़ानदानों की ज़िंदगियां बर्बाद कर देंगे। और अब भी ये जो फरियाद भट्टी, जिसको सब इंस्पेक्टर का ओहदा दिया गया है और उसने वर्दी शायद इसीलिए ली हुई है कि मैंने लोगों को किस तरह से लूटना है, लोगों का जो करैक्टर है वो किस तरह से ख़राब करना है, लेकिन डीआईजी फैसल कामरान साहब इस फरियाद भट्टी और सुनील कमर के आगे बिल्कुल बेबस दिखाई देते हैं। क्योंकि अगर वो इनके बाअसर और बड़े अफसर होते तो आज तक ये दोनों मुलाजम जो है वो इस पुलिस के महकमे में ना होते। अब ये खुली कचहरी में भी पेश हुए हैं, लेकिन वही रवायती तरीक़ाकार जो पुलिस का होता है कि हम इंक्वायरी करेंगे। और इन दोनों मुलाजमीन की इंक्वायरी तो बड़े अफसरान पहले ही इस तरह की कर चुके हैं कि जैसे ये दूध के धुले हुए हैं। अगर इनके ख़िलाफ़ पहले ही माजी में बड़ी कार्रवाई की होती तो आज ये ख़ानदान अपने लाखों रुपए लुटाने के बाद आज बेबसी की तस्वीर बनकर आपसे ये मुतालबा ना कर रहे होते कि हमें इंसाफ दिया जाए। अब वो शख्स इनको धमकियाँ लगाता है कि अगर आप लोगों ने मेरे ख़िलाफ़ जो दरख्वास्तें दी है वो वापस ना ली तो मैं आपके बच्चों के ऊपर भी झूठे मुकदमे दर्ज करवाऊँगा। जब तक इन झूठे मुकदमात के दर्ज करने वालों के ख़िलाफ़ कोई बड़ा एक्शन नहीं होगा,
तब तक न जाने कितने ख़ानदान अदालतों में धक्के खाते रहेंगे और ख़ुद को ये साबित करने में नाकाम रहेंगे कि हम बेगुनाह हैं। अब इनका सिर्फ इतना सा मुतालबा है कि हमारे जो 10 लाख रुपये लिए हैं और हमारे ख़िलाफ़ जो इसने झूठी कार्रवाई की है और जो दूसरे इलाके में आकर इनको गिरफ्तार करके, बल्कि इनके ख़िलाफ़ 365 का मुकदमा दर्ज होना चाहिए। 155C तो इनके ख़िलाफ़ पहले ही लगती है, लेकिन इनको अगवा करके थाना गुजरपुरा के अंदर बंद करना, वहाँ पर ले जाकर 6 लाख रुपये एक भाई से और 4 लाख रुपये एक भाई से रसीव करना, वसूल करना, इन तमाम पुलिस एहलकारों के ख़िलाफ़ जो है वो कानूनी कार्रवाई होनी चाहिए ताकि इनको इंसाफ मिल सके। इजाज़त चाहूँगा। अल्लाह निगहबान।